सिर चरणन पर तार। एकंकार सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। बिच बाहिनी गुसो गुर स्थित होए। अवलोक जंग जिम लरत दोए। दोहे दिशन दीह दुंदब बजंत। उत खान सो काला रन दिखंत। बिच बाहिनी सो गुर स्थित होए। चवर शतर तख्त के मालिक गुरता गद्दी उपर सुभायमान दसां पातशाही अध्यात्मिक स्वरूप जुगो जुग अटल। ਦਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਸਮਰੱਥ ਵਾਹਿਗੁਰੂ ਜੋਤ ਸਰੂਪ ਸ਼ਬਦ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਛੂਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਸੰਧਿਆ ਕਾਲ ਰਾਤਰੀ ਦੇ ਸਮੇਂ ਸੱਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ ਵਡਭਾਗੀ ਹਾਂ ਜੋ ਸ਼ਾਮਾਂ ਤੋਂ ਸਤਿਗੁਰਾਂ ਦੇ ਅੰਮ੍ਰਿਤ ਦਰਸ਼ਨ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ सोदार श्री रहराज साहिब जी के जाप और श्रीमुख वाक प्राप्त करके लाभ खटिया लाहा प्राप्त किया है। चल रही गुरबाणी दी लड़ीवार कथा विचार दा समय। सो आओ वाहिगुरु गुर इतिहास दी चल रही लड़ीवार कथा विचार दा समा है। सो आओ पावन इतिहास ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ। ਅਸ਼ੀਸ਼ ਬਖਸ਼ੋ ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲੇ ਪ੍ਰਸੰਗ ਨੂੰ ਸੰਖੇਪ ਮਾਤਰ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ। ਕਾਲੇ ਖਾਨ ਦੀ ਅਗਵਾਈ ਦੇ ਵਿੱਚ ਬੇਅੰਤ ਤੁਰਕ ਫੌਜਾਂ ਜਿਹੜੀਆਂ ਚਾਰ ਸਫੇਰੇ ਕਰਤਾਰਪੁਰ ਸਾਹਿਬ ਦੇ ਘੇਰਾ ਪਾ ਕੇ ਖਲੋਤੀਆਂ ਸੀ ਇੱਕ ਜਗ੍ਹਾ 'ਤੇ ਇਕੱਤਰ ਹੋਈਆਂ ਔਰ ਮਨਸੂਬਾ ਬਣਾਇਆ ਕਿ ਸਾਰੇ ਇਕੱਠੇ ਹੋ ਕੇ ਇੱਕੇ ਵਾਰੀ ਜ਼ੋਰ ਦਾ ਹੱਲਾ ਕਰੀਏ ਔਰ ਇਸ ਹੱਲੇ ਦੇ ਦੌਰਾਨ ਪੈਂਦੇ ਖਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੀ ਗ੍ਰਿਫਤ ਵਿੱਚ ਲਵੇ। ਸੋ
ਇਉਂ ਮਨਸੂਬਾ ਬਣਾ ਕਰਕੇ ਇੱਧਰ ਇਹ ਇਕੱਤਰ ਹੋਏ। ਇੱਧਰ ਗੁਰੂ ਕੇ ਸਿੱਖ ਸੂਰਮੇ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਨੂੰ ਟਾਕਰਾ ਦੇਣ ਦੇ ਲਈ ਸੱਚੇ ਪਾਤਸ਼ਾਹ ਵਾਲੇ ਬੰਨੇ ਦਿਸ਼ਾ ਨੂੰ ਬਾਬਾ ਵਿਧੀ ਚੰਦ ਸਾਹਿਬ, ਭਾਈ ਲੱਖੂ, ਇਸ ਸਮੂਹ ਸੂਰਮੇ ਸਤਿਗੁਰਾਂ ਦੀ ਕਮਾਂਡ ਹੇਠ ਇਕੱਤਰ ਹੋਏ ਔਰ ਵਿੱਚ ਵਿਚਾਲੇ ਬਿਲਕੁਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਸ਼ੋਭ ਰਹੇ ਹਨ। ਗੁਰੂ ਕੇ ਚਾਰੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਗੁਰਦਿੱਤਾ ਸਾਹਿਬ ਜੀ, ਬਾਬਾ ਸੂਰਜਮਲ ਜੀ, ਇਉਂ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੀ ਜੰਗ ਦੇ ਵਿੱਚ ਮੌਜੂਦ ਹੈ। ਸਤਿਗੁਰਾਂ ਦੇ ਮਹਿਲ ਮਾਤਾ ਦਮੋਦਰੀ ਜੀ, ਵਾਹਿਗੁਰੂ, ਮਾਤਾ ਮਰਵਾਹੀ ਜੀ ਔਰ ਮਾਤਾ ਨਾਨਕੀ ਜੀ ਆਪਣੀ ਰਿਹਾਇਸ਼ 'ਤੇ ਜੋ ਉੱਚੀਆਂ ਅਟਾਰੀਆਂ ਬਣੀਆਂ ਹੋਈਆਂ ਹਨ, ਉਹਨਾਂ ਉੱਚੀਆਂ ਥਾਵਾਂ ਤੋਂ ਖਲੋ ਕਰਕੇ ਜੰਗ ਦੇ ਤਾਈਂ ਵੇਖਦੇ ਹਨ ਔਰ ਤੁਰਕਾਂ ਦੀ ਭਾਰੀ ਗਿਣਤੀ ਦੀ ਫੌਜ, ਤੁਰਕਾਂ ਦੀਆਂ ਲਾਸ਼ਾਂ ਦੇ ਲੱਗੇ ਹੋਏ ਢੇਰ ਚਾਰ ਚੁਫੇਰੇ ਨਜ਼ਰ ਆਉਂਦੇ ਹੈ। ਮਾਤਾਵਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਵਾਰ-ਵਾਰ ਮਨ ਵਿੱਚ ਚੇਤੇ ਕਰਦੀਆਂ ਹਨ ਕਿ ਆਪ ਨਿਰੰਕਾਰ ਰੂਪ ਗੁਰੂ ਨਾਨਕ ਦੇਵ ਸਾਹਿਬ ਸਹਾਈ ਹੋਵੋ। ਗੁਰੂ ਕੇ ਸਾਹਿਬਜ਼ਾਦੇ ਵੀ ਬੜੀ ਨਿਡਰਤਾ ਦੇ ਨਾਲ, ਬੜੀ ਦਲੇਰੀ ਸੂਰਮਤਾਈ ਦੇ ਨਾਲ ਇਸ ਜੰਗ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ। ਬਾਬਾ ਗੁਰਦਿੱਤਾ ਸਾਹਿਬ ਨੇ ਬੇਅੰਤ ਵੈਰੀਆਂ ਨੂੰ ਆਪਣੇ ਤਿੱਖੇ ਤੀਰਾਂ ਦਾ ਸ਼ਿਕਾਰ ਬਣਾਇਆ ਹੈ ਔਰ ਸਮੂਹ ਨਗਰ ਨਿਵਾਸੀਆਂ ਦੀ ਆਪ ਗੁਰੂ ਕੇ ਸਾਹਿਬਜ਼ਾਦੇ ਮਦਦ ਕਰਦੇ ਹੈ। ਜਿੱਥੇ ਜਿਸ ਵਸਤੂ ਦੀ, ਜਿਸ ਪ੍ਰਕਾਰ ਦੀ ਵੀ ਕੋਈ ਜ਼ਰੂਰਤ ਹੁੰਦੀ ਹੈ, ਆਪ ਗੁਰੂ ਕੇ ਸਪੁੱਤਰ ਸਹਾਈ ਹੁੰਦੇ ਹਨ। ਸੋ ਇਸ ਤਰੀਕੇ ਦੇ ਨਾਲ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੋਵਾਂ ਫੌਜਾਂ ਦੇ, ਸਿੱਖ ਸੂਰਮਿਆਂ ਦੇ ਵਿਚਕਾਰ ਖਲੋਤੇ ਹੋਏ ਦੋਵਾਂ ਫੌਜਾਂ ਦਾ ਮੁਲਾਂਕਣ ਕੀਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸਿੱਖ ਸੂਰਮਿਆਂ ਨੂੰ ਗੋਲੀ, ਬਰੂਦ, ਸਿੱਕਾ, ਜਿਹੜੀ ਚੀਜ਼ ਦੀ ਜ਼ਰੂਰਤ ਸੀ, ਮਨ ਭਾਉਂਦਾ ਸਿੱਖ ਸੂਰਮਿਆਂ ਨੂੰ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਪ੍ਰਾਪਤ ਕਰਵਾਇਆ। ਜਲ ਪਾਣੀ ਦੀ ਜੋ ਜ਼ਰੂਰਤ ਸੀ ਸਿੱਖ ਸੂਰਮਿਆਂ ਨੂੰ ਜਿੰਨਾ ਜੰਗ ਦੇ ਵਿੱਚ ਹੋ ਸਕਦਾ ਸੀ ਮੁਹੱਈਆ ਹੋਇਆ ਔਰ ਆਮੋ ਸਾਹਮਣੀ ਲੜਾਈ ਦੇ ਨਗਾਰੇ ਵੱਜੇ, ਜਿਸ ਦੇ ਵਿੱਚ ਕੁਤਬ ਖਾਨ ਆਪਣਾ ਭਾਰੀ ਦਲ ਲੈ ਕਰਕੇ ਸਤਿਗੁਰਾਂ ਦੇ ਉੱਪਰ ਹਮਲਾਵਰ ਹੋ ਕੇ ਚੜ੍ਹਿਆ। ਅੱਗੋਂ ਭਾਈ ਲੱਖੂ ਜੀ ਇਸ ਦਾ ਮੁਕਾਬਲਾ ਕਰਨ ਦੇ ਲਈ, ਇਸ ਨੂੰ ਜੰਗ ਦੇ ਵਿੱਚ ਰੋਕਣ ਦੇ ਲਈ ਸਤਿਗੁਰਾਂ ਵਾਲੇ ਪਾਸਿਓਂ ਫੌਜ ਦੀ ਅਗਵਾਈ ਕਰਦਿਆਂ ਤਿਆਰ ਹੋਏ ਹਨ। ਇਹ ਆਪਾਂ ਕੱਲ੍ਹ ਇੱਥੋਂ ਤੱਕ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਪ੍ਰਕਾਰ ਗੁਰੂ ਕੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੁੜ ਕੇ ਨਿਹਾਲ ਹੋਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿੱਚ ਬਾਹਿਨੀ ਸੋ ਗੁਰ ਸਥਿਤ ਹੋਏ। ਇਉਂ ਸਿੱਖ ਸੂਰਮੇ ਵੀ ਤੁਰਕਾਂ ਨੂੰ ਇੱਕ ਜਗ੍ਹਾ ਕਾਲੇ ਖਾਨ ਦੀ ਅਗਵਾਈ ਦੇ ਵਿੱਚ ਇਕੱਠਿਆਂ ਹੋਇਆਂ ਵੇਖ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ, ਜਿਸ ਦਿਸ਼ਾ ਦੇ ਵਿੱਚ ਮੇਰੀ ਪੀਰੀ ਦੇ ਮਾਲਕ ਆਪ ਜੰਗ ਲੜ ਰਹੇ ਸੀ, ਉੱਥੇ ਸਾਰੇ ਸਿੱਖ ਸੂਰਮੇ ਇਕੱਤਰ ਹੋ ਗਏ। ਘੇਰਾ ਬਣਾ ਲਿਆ ਸਿੱਖ ਸੂਰਮਿਆਂ ਨੇ ਔਰ ਸਾਰੇ ਸਿੱਖ ਸੂਰਮਿਆਂ ਦੇ ਵਿਚਕਾਰ ਆਪ ਮੇਰੀ ਪੀਰੀ ਦੇ ਮਾਲਕ ਬਲੀ ਬਹਾਦਰ ਸਤਿਗੁਰੂ
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸ਼ੋਭਾ ਪਾ ਰਹੇ ਹਨ ਜੀ। ਅਵਲੋਕ ਜੰਗ ਜਿਮ ਲੜਤ ਦੋਏ। ਜਿਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਤੋਂ ਜੰਗ ਲੜੀ ਜਾ ਰਹੀ ਹੈ, ਸੱਚੇ ਪਾਤਸ਼ਾਹ ਜੀ ਆਪ ਆਪਣੇ ਪਾਵਨ ਨੇਤਰਾਂ ਦੇ ਨਾਲ ਵੇਖਦੇ ਆ ਜੀ। ਦੋਹੇ ਦਿਸ਼ਨ ਦੀਹ ਦੁੰਦਬ ਬਜੰਤ। ਦੋਵਾਂ ਪਾਸਿਆਂ ਤੋਂ ਬਹੁਤ ਭਾਰੀ ਜੋ ਨਗਾਰੇ ਹਨ, ਇਹਨਾਂ ਦੇ ਉੱਪਰ ਚੋਬਾਂ ਪਈਆਂ ਔਰ ਬਹੁਤ ਜ਼ਿਆਦਾ ਧੁਨੀ ਆਵਾਜ਼ ਪੈਦਾ ਹੋਈ। ਉਤ ਖਾਨ ਸੋ ਕਾਲਾ ਰਨ ਦਿਖੰਤ। ਇੱਧਰ ਕਾਲੇ ਖਾਨ ਜੋ ਤੁਰਕਾਂ ਦਾ ਮੁੱਖ ਅਮਰਾਵ ਹੈ, ਆਗੂ ਸੈਨਾਪਤੀ ਹੈ, ਇਹ ਵੀ ਆਪਣੀ ਫੌਜ ਦੇ ਵਿੱਚ ਖਲੋਤਾ ਹੋਇਆ ਇਸ ਜੰਗ ਦੇ ਤਾਈਂ ਆਪਣੀਆਂ ਅੱਖਾਂ ਦੇ ਨਾਲ, ਆਪਣੇ ਨੇਤਰਾਂ ਦੇ ਨਾਲ ਤੱਕਦਾ ਹੈ। ਗੁਰ ਸੁਭਟ ਬਲੀ ਲਖੂ ਸੋ ਨਾਮ। ਸਤਿਗੁਰਾਂ ਦਾ ਜੋ ਬਲੀ ਸਿੱਖ ਸੂਰਮਾ ਹੈ, ਜਿਸ ਦਾ ਨਾਮ ਹੈ ਭਾਈ ਲੱਖੂ, ਜਿਸ ਨੂੰ ਇਸ ਜੰਗ ਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਮੁੱਖ ਸੈਨਾਪਤੀ ਥਾਪਿਆ। ਇਸ ਨੇ ਮਹਾਰਾਜ ਦੀ ਜੰਗ ਦੇ ਵਿੱਚ ਬੜੀ ਭਾਰੀ ਬਹਾਦਰੀ ਵਿਖਾਈ ਸੀ ਔਰ ਪੈਂਦੇ ਖਾਨ ਦੇ ਪੁੱਤਰ ਵਾਹਿਗੁਰੂ ਲਲਾ ਬੇਗ ਦੇ ਪੁੱਤਰ ਨੂੰ ਇਸ ਨੇ ਆਪਣੀ ਬਰਸ਼ੀ ਦੇ ਵਾਰ ਦੇ ਨਾਲ ਮਾਰ ਮੁਕਾਇਆ ਸੀ ਉਸ ਸਮੇਂ। ਸੋ ਮਹਾਰਾਜ ਨੇ ਬੜੀ ਭਾਰੀ ਪ੍ਰਸੰਨਤਾ ਕੀਤੀ ਸੀ। ਸੋ ਇਹ ਜੋ ਲੱਖੂ ਹੈ, ਇਸ ਜੰਗ ਦਾ ਸਿੱਖ ਸੂਰਮਿਆਂ ਦਾ ਮੁੱਖ ਸੈਨਾਪਤੀ ਹੈ। ਕੋ ਫੰਦਾਏ ਕਰ ਜੰਗ ਧਾਮ। ਇਸ ਨੇ ਆਪਣੇ ਘੋੜੇ ਨੂੰ ਕਦਾਇਆ ਹੈ। ਕਦਾ ਕਰਕੇ ਸੈਨਾਪਤੀ ਦਾ ਫਰਜ਼ ਨਿਭਾਉਂਦਿਆਂ ਹੋਇਆਂ ਜੰਗ ਵਾਲੀ ਥਾਂ 'ਤੇ, ਜਿੱਥੇ ਜੰਗ ਮਚ ਰਿਹਾ ਸੀ ਨਾ, ਮੂੰਹ ਸਾਹਮਣਾ ਬਿਲਕੁਲ ਸਿੱਧਾ, ਉੱਥੇ ਜਾ ਕੇ ਤੁਰਕਾਂ ਦੇ ਸਾਹਮਣੇ ਹੋ ਕੇ ਨਿਡਰਤਾ ਦੇ ਨਾਲ, ਦਲੇਰੀ ਦੇ ਨਾਲ ਗੁਰੂ ਕਾ ਸਿੱਖ ਸੂਰਮਾ ਡਟ ਗਿਆ ਹੈ। ਪਹੁੰਚਿਓ ਸਮੀਪ ਜਹ ਕੁਤਬ ਖਾਨ। ਉੱਥੇ ਪਹੁੰਚ ਗਿਆ ਜਿੱਥੇ ਕੁਤਬ ਖਾਨ ਆਪਣੇ ਦਲ ਦੀ ਅਗਵਾਈ ਕਰਦਾ ਹੋਇਆ ਸਤਿਗੁਰਾਂ ਦੇ ਸਿੱਖ ਸੂਰਮਿਆਂ ਦੇ ਉੱਪਰ ਹਮਲਾਵਰ ਸੀ। ਭਰ ਬਾਣ ਪ੍ਰਹਾਰ ਹੈ ਤਾਨ ਤਾਨ। ਆਪਣੇ ਭੱਥੇ ਦੇ ਵਿੱਚੋਂ ਕੱਢ ਕਰਕੇ ਫੁਰਤੀ ਦੇ ਨਾਲ ਤਿੱਖੇ ਤੀਰਾਂ ਨੂੰ ਤੰਦੀ ਦੇ ਉੱਪਰ ਰੱਖਦਾ ਕੁਤਬ ਖਾਨ ਔਰ ਬੜੇ ਬਲ ਦੇ ਨਾਲ, ਬੜੇ ਜ਼ੋਰ ਦੇ ਨਾਲ ਖਿੱਚ ਕਰਕੇ ਸਿੱਖ ਸੂਰਮਿਆਂ ਦੇ ਉੱਪਰ ਵਰਾਉਂਦਾ ਹੈ ਤਿੱਖੇ ਤੀਰਾਂ ਦੀ ਮਾਰ। ਤਹ ਨਿਕਟ ਔਰ ਉਮਰਾਵ ਵੀਰ। ਉੱਥੇ ਇਸ ਦੇ ਨੇੜੇ ਹੋਰ ਵੀ ਜਿਹੜੇ ਉਮਰਾਵ ਹੈ ਨਾ, ਕਿਉਂਕਿ ਫੌਜ ਬੜੀ ਵੱਡੀ ਗਿਣਤੀ ਦੀ ਸੀ। ਹਮੇਸ਼ਾ ਇਹਨਾਂ ਫੌਜ ਦੀਆਂ ਗਿਣਤੀਆਂ ਦੇ ਵਿੱਚ ਮੁਰਾਤਬਿਆਂ ਵਾਲੇ ਉਮਰਾਵ ਹੁੰਦੇ ਆ। ਕੋਈ 5000 ਜਰਨੈਲ ਹੁੰਦਾ, ਕੋਈ 10,000 ਹੁੰਦਾ, ਕੋਈ 15,000 ਹੁੰਦਾ, ਕੋਈ 20,000 ਹੁੰਦਾ। ਸੋ ਜੇ ਲੱਖ ਦੀ ਗਿਣਤੀ ਦੀ ਫੌਜ ਆ, ਉਹਦੇ ਵਿੱਚ ਛੋਟੇ ਮੋਟੇ ਕਈ ਦਲ ਮਿਲਾਏ ਹੋਏ ਹੁੰਦੇ ਆ। ਸੋ ਇਸੇ ਤਰੀਕੇ ਉਸ ਸਮੇਂ ਵੀ ਰਿਵਾਜ ਸੀ। ਕੋਈ ਪਠਾਣਾਂ ਦੀ ਸੀ ਫੌਜ, ਕੋਈ ਤੁਰਕਾਂ ਦੀ ਸੀ, ਕੋਈ ਇਸੇ ਤਰੀਕੇ ਦੇ ਨਾਲ ਜਿਹੜੇ ਹਬਸ਼ ਦੇਸ਼ ਤੋਂ ਆਏ ਹੋਏ ਇਹਨਾਂ ਦੇ ਨਾਲ ਸੂਰਮੇ ਸੀ, ਉਹ ਸੀ। ਅੱਡੋ ਅੱਡ ਦਲ ਸੀ ਇਹਨਾਂ ਦੇ ਔਰ ਵੱਖੋ ਵੱਖਰੇ ਦਲਾਂ ਦੇ ਵੱਖੋ ਵੱਖਰੇ ਆਗੂ ਸੀ। ਇਹ ਜਿਹੜਾ ਕੁਤਬ ਖਾਨ ਸੀ, ਇਹ 10,000 ਫੌਜ ਦਾ ਉਮਰਾਵ ਜਰਨੈਲ ਸੀ, ਸੂਬਾ ਸੀ। ਸੋ ਇਸ ਨੂੰ ਵੇਖਿਆ ਗੁਰੂ ਕੇ ਸਿੱਖ ਸੂਰਮੇ ਨੇ ਇਸ ਜੰਗ ਦੇ ਵਿੱਚ ਤੁਰਕਾਂ ਦੇ ਵੱਲੋਂ ਅਗਵਾਈ ਕਰਦਿਆਂ ਔਰ ਸਿੱਖ ਸੂਰਮਿਆਂ ਦਾ ਨੁਕਸਾਨ ਕਰਦਿਆਂ ਹੋਇਆਂ ਔਰ ਇਸ ਦੇ ਪਾਸ ਗਿਆ, ਜਿੱਥੇ ਦੇ ਪਾਸ ਹੋਰ ਵੀ ਛੋਟੇ ਮੋਟੇ ਕਈ ਉਮਰਾਵ ਜੋ ਇਸ ਦੇ ਸਹਾਇਕ ਬਣੇ ਹੋਏ ਸੀ। ਹੋਏ ਅਗਰ ਚਾਂਪ ਐਚਤ ਸਧੀਰ। ਅੱਗੇ ਜਾ ਕਰਕੇ ਇਸ ਦੇ ਸਾਹਮਣੇ ਧੀਰਜ ਦੇ ਨਾਲ ਆਪਣੇ ਧਨੁੱਖ ਦੇ ਵਿੱਚੋਂ ਤਿੱਖੇ ਤਿੱਖੇ ਤੀਰ ਇਸ ਦੀ ਫੌਜ ਵੱਲ ਇਸ ਦੇ ਸਾਹਮਣੇ ਭਾਈ ਲੱਖੂ ਨੇ ਵਰਸਾਏ। ਗੁਰ ਸੁਭਟ ਵਧਹਿ ਜਬ ਸਮੁਖ ਆਏ। ਪਰ ਇਧਰੋਂ ਜਦੋਂ ਗੁਰੂ ਕਾ ਸੂਰਮਾ ਕੋਈ ਅੱਗੇ ਨੂੰ ਵੱਧਦਾ ਹੈ ਔਰ ਕੁਤਬ ਖਾਨ ਦੇ ਤੀਰ ਦੀ ਮਾਰ ਹੇਠ ਪਹੁੰਚ ਜਾਂਦਾ ਹੈ, ਤਕ ਤਾਨ ਬਾਣ ਕੋ ਕਰਤ ਘਾਏ। ਉਸੇ ਸਮੇਂ ਤੱਕ ਕਰਕੇ ਗੁਰੂ ਕੇ ਸਿੱਖ ਨੂੰ ਨਿਸ਼ਾਨਾ ਬਣਾ ਕਰਕੇ ਧਨੁੱਖ ਨੂੰ ਤਾਣ ਕਰਕੇ ਇਹ ਤੀਰ ਦੇ ਨਾਲ ਨੁਕਸਾਨ ਕਰ ਦਿੰਦਾ ਹੈ, ਗੁਰੂ ਕੇ ਸੂਰਮੇ ਦੇ ਤਾਈਂ ਸ਼ਹੀਦ ਕਰ ਦਿੰਦਾ ਹੈ। ਤਨ ਦਿਪਹਿ ਵਿਭੂਖਨ ਹੇਮ ਜਾਹੇ। ਔਰ ਇਸ ਦੇ ਸਰੀਰ ਦੇ ਉੱਪਰ ਮਹਿੰਗੇ ਪਾਏ ਹੋਏ ਗਹਿਣੇ ਔਰ ਸੋਨੇ ਦੇ ਨਾਲ ਤੇ
ਕਢਾਈ ਕੀਤੀ ਹੋਈ ਜਿਹੜੇ ਵਸਤਰ ਹੈ ਉਹ ਸ਼ੋਭ ਰਹੇ ਹਨ। ਜਰ ਜਬਰ ਜਵਾਹਰ ਜ਼ੇਬ ਮਾਹੇ। ਔਰ ਜੋ ਗਹਿਣੇ ਪਾਏ ਹੋਏ ਹੈ ਉਹਨਾਂ ਦੇ ਵਿੱਚ ਵੀ ਬਹੁਤ ਭਾਰੀ ਹੀਰੇ ਮੋਤੀ ਇਤਿਆਦਿਕ ਜਿਹੜੀਆਂ ਕੀਮਤੀ ਚੀਜ਼ਾਂ ਉਹ ਜੜੀਆਂ ਹੋਈਆਂ ਹਨ ਜੀ। ਇਸ ਕੇ ਸਮੀਪ ਲੱਖੂ ਸਿਧਾਏ। ਇਉਂ ਨੇੜਾ ਕਰਦਿਆਂ ਇਸ ਦੇ ਪਾਸ ਭਾਈ ਲੱਖੂ ਉਸ ਸਮੇਂ ਪਹੁੰਚ ਗਿਆ, ਇਹਦੀ ਨਜ਼ਦੀਕਤਾ ਪ੍ਰਾਪਤ ਕੀਤੀ। ਹਰ ਸਰ ਨਿਕਾਰ ਮਨ ਮੈਂ ਰਸਾਏ। ਆਪਣੇ ਹੱਥ ਦੇ ਵਿੱਚ ਤਿੱਖਾ ਉਸ ਸਮੇਂ ਇੱਕ ਤੀਰ ਕੱਢਿਆ ਭਾਈ ਲੱਖੂ ਨੇ, ਔਰ ਬੜਾ ਭਾਰੀ ਵੀਰ ਰਸ ਖਾਧਾ ਹੈ। ਆਪਣੇ ਮਨ ਤੋਂ ਹੱਥ ਦੇ ਵਿੱਚ ਇਹ ਤੀਰ ਧਾਰਨ ਕੀਤਾ ਹੈ, ਪੱਥੇ ਵਿੱਚੋਂ ਕੱਢ ਕਰਕੇ। ਭਰ ਬਾਨ ਕਾਨ ਲਗ ਤਾਨ ਭੂਰ। ਔਰ ਭਰ ਕਰਕੇ ਇਸ ਨੂੰ ਤੰਦੇ ਦੇ ਉੱਪਰ ਰੱਖ ਕਰਕੇ ਜ਼ੋਰ ਦੇ ਨਾਲ ਖਿੱਚਿਆ ਹੈ ਆਪਣੇ ਸਖਤ ਧਨੁਖ ਨੂੰ, ਔਰ ਤੰਦੀ ਕੰਨ ਨੂੰ ਜਾ ਕਰਕੇ ਛੋ ਗਈ ਹੈ ਜੀ। ਬੜੇ ਗਰੂਰ ਦੇ ਨਾਲ ਭਾਈ ਲੱਖੂ ਨੇ ਉਸ ਸਮੇਂ ਇਸ ਤੀਰ ਨੂੰ ਆਪਣੇ ਵੈਰੀ ਨੂੰ ਨਿਸ਼ਾਨਾ ਬਣਾ ਕੇ ਛੱਡ ਦਿੱਤਾ। ਜਾਂਦਿਆਂ ਹੀ ਇਹ ਜਿਹੜਾ ਤੀਰ ਹੈ ਉਸਨੇ ਆਪਣੇ ਵੈਰੀ ਨੂੰ ਚੁਣਿਆ ਔਰ ਉਸ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਿਆ, ਪ੍ਰਵੇਸ਼ ਕਰਕੇ ਪਾਰ ਪੈ ਗਿਆ ਹੈ ਜਾ ਕਰਕੇ। ਇਹ ਤੀਰ ਹੈ ਨਾ ਜਿਹੜਾ, ਇਹ ਕੁਤਬ ਖਾਨ ਦਾ ਕੋਈ ਰਿਸ਼ਤੇਦਾਰ ਸੀ ਨਜ਼ਦੀਕੀ ਉਮਰਾਵ, ਛੋਟੀ ਮੋਟੀ ਪਦਵੀ ਦਾ, ਜੋ ਇਸ ਦੇ ਪਾਸ ਖਲੋਤਾ ਹੋਇਆ ਸੀ ਸੁੰਦਰ ਕੱਪੜੇ ਪਾ ਕਰਕੇ। ਸੋ ਇਸ ਨੂੰ ਵੀ ਉਮਰਾਵ ਸੈਨਾਪਤੀ ਜਾਂ ਕੋਈ ਪਦਵੀ ਵਾਲਾ ਜਾਣਦਿਆਂ ਭਾਈ ਲੱਖੂ ਨੇ ਇਸ ਦੇ ਤਾਈਂ ਨਿਸ਼ਾਨਾ ਬਣਾਇਆ ਹੈ, ਕਿਉਂ ਇਸ ਦੇ ਹਿਰਦੇ ਦੇ ਤਾਈਂ ਵਿੰਨ ਦਿੱਤਾ ਹੈ ਜੀ। ਔਰ ਉਲਥਾ ਕਰਕੇ ਭਾਵ ਪਲਟ ਕਰਕੇ ਘੋੜੇ ਦੇ ਉੱਪਰੋਂ ਤੀਰ ਵੱਜਦਿਆਂ ਸਾਰ ਇਸ ਨੂੰ ਥੱਲੇ ਸਿੱਟ ਦਿੱਤਾ। ਜਦੋਂ ਹੋਰ ਜਿਹੜੇ ਪਾਸੇ ਆਸੇ ਖਲੋਤੇ ਹੋਏ ਉਮਰਾਵ ਸੀ ਨਾ, ਜਿਹੜੇ ਪਦਵੀ ਵਾਲੇ ਮਨੁੱਖ ਸੀ ਕੁਤਬ ਖਾਨ ਦੇ ਨਾਲ, ਉਹਨਾਂ ਨੇ ਵੇਖਿਆ ਹੈ ਆਪਣੇ ਇਸ ਸਾਥੀ ਦੇ ਤਾਈਂ ਗਸ਼ ਖਾ ਕੇ ਘੋੜੇ ਦੇ ਉੱਪਰੋਂ ਡਿੱਗਦਿਆਂ ਹੋਇਆਂ ਲਲਕਾਰ ਬੰਗਾਰਿਓ ਜੰਗ ਮਾਹੇ। ਉਹਨਾਂ ਨੂੰ ਫਿਰ ਬੜਾ ਗੁੱਸਾ ਆਇਆ ਉਸ ਸਮੇਂ। ਉਹਨਾਂ ਨੇ ਲਲਕਾਰਾ ਮਾਰਿਆ ਭਾਈ ਲੱਖੂ ਦੇ ਤਾਈਂ, ਲਲਕਾਰ ਕਰਕੇ ਤੇ ਜੰਗ ਦੇ ਵਿੱਚ ਰੁਕਣ ਦੇ ਵਾਸਤੇ ਕਿਹਾ ਹੈ। ਵੇਖ ਕੁਤਬ ਖਾਨ ਸੰਬੰਧ ਜਾਹੇ। ਲਲਕਾਰ ਕਰਕੇ ਜੰਗ ਦੇ ਵਾਸਤੇ ਵੰਗਾਰ ਲਿਆ ਵੀ ਸਾਡਾ ਇੱਕ ਸਾਥੀ ਮਾਰ ਕੇ ਭੱਜੀ ਨਾ, ਹੁਣ ਜਾਵੀਂ ਨਾ, ਸਾਡੇ ਨਾਲ ਵੀ ਜੰਗ ਲੜ। ਜਦੋਂ ਇਉਂ ਇਸ ਦੇ ਸਾਥੀਆਂ ਨੇ ਦੂਸਰਿਆਂ ਨੇ ਵੰਗਾਰਿਆ ਤੇ ਕੁਤਬ ਖਾਨ ਨੇ ਵੇਖਿਆ ਹੈ ਆਪਣੇ ਸੰਬੰਧੀ ਦੇ ਤਾਈਂ, ਆਪਣੇ ਰਿਸ਼ਤੇਦਾਰ ਦੇ ਤਾਈਂ ਮਰਿਆ ਹੋਇਆ ਭਾਈ ਲੱਖੂ ਦੇ ਦੁਆਰਾ। ਉਸ ਸਮੇਂ ਉਹ ਕੋਲੇ ਹੀ ਖਲੋਤਾ ਹੋਇਆ ਸੀ ਆਪਣੇ ਉਸ ਰਿਸ਼ਤੇਦਾਰ ਦੇ ਜਿਹੜਾ ਮਰ ਗਿਆ ਭਾਈ ਲੱਖੂ ਦੇ ਹੱਥੋਂ। ਬੜਾ ਗੁੱਸਾ ਖਾਧਾ ਇਸ ਨੇ ਆਪਣੇ ਮਨ ਦੇ ਵਿੱਚ ਕਿ ਗੁਰੂ ਕੇ ਇਸ ਸਿੱਖ ਸੂਰਮੇ ਨੇ, ਸੈਨਾਪਤੀ ਨੇ ਮੇਰੇ ਰਿਸ਼ਤੇਦਾਰ ਦੇ ਤਾਈਂ ਮਾਰ ਦਿੱਤਾ ਹੈ ਜੀ। ਲੱਖੂ ਸਮੀਪ ਪ੍ਰੇਰਿਓ ਤੁਰੰਗ। ਉਸ ਸਮੇਂ ਫਿਰ ਇਸ ਨੇ ਆਪਣੇ ਘੋੜੇ ਨੂੰ ਭਾਈ ਲੱਖੂ ਵਾਲੇ ਪਾਸੇ ਨੂੰ ਪ੍ਰੇਰਿਆ ਹੈ, ਤੋਰਿਆ ਹੈ। ਕਿਤ ਚਲਿਓ ਮਾਰ ਥਿਰ ਹੋਏ ਜੰਗ। ਕਹਿਣ ਲੱਗਾ ਕਿੱਧਰ ਚੱਲਿਆ ਹੈ ਮਾਰ ਕਰਕੇ ਮੇਰੇ ਰਿਸ਼ਤੇਦਾਰ ਦੇ ਤਾਈਂ ਜੰਗ ਦੇ ਵਿੱਚ। ਹੁਣ ਇੱਥੇ ਖਲੋ, ਜੰਗ ਦੇ ਵਿੱਚ ਸਾਡਾ ਮੁਕਾਬਲਾ ਵੀ ਕਰ ਲੈ। ਪਲਟਾ ਸੋ ਦੇਹੋ ਲੈ ਕੇ ਨਾ ਜਾਏ। ਹੁਣ ਸਾਡੇ ਪਾਸੋਂ ਬਦਲਾ ਵੀ ਸਾਨੂੰ ਦੇ, ਸਾਡੇ ਮਾਰੇ ਹੋਏ ਰਿਸ਼ਤੇਦਾਰ ਦਾ ਇਹ ਬਦਲਾ ਸਾਡੇ ਸਿਰ ਰੱਖ ਕੇ ਵਾਪਸ ਨਾ ਜੰਗ ਦੇ ਵਿੱਚੋਂ ਜਾ। ਇਸ ਤਰੀਕੇ ਦੇ ਨਾਲ ਅਸੀਂ ਜਾਣ ਨਹੀਂ ਦੇਣਾ। ਤਬ ਤੀਰ ਪ੍ਰਹਾਰਿਓ ਹੀਏ ਮਾਹੇ। ਇਉਂ ਕਹਿ ਕਰਕੇ ਇਸ ਕੁਤਬ ਖਾਨ ਨੇ ਭਾਈ ਲੱਖੂ ਦੇ ਹਿਰਦੇ ਨੂੰ ਨਿਸ਼ਾਨਾ ਬਣਾਇਆ ਔਰ ਆਪਣੇ ਧਨੁਖ ਦੇ ਵਿੱਚੋਂ ਤੀਰ ਤਿੱਖਾ ਛੱਡਿਆ ਹੈ ਭਾਈ ਲੱਖੂ ਦੇ ਉੱਪਰ। ਲਗ ਬਾਮ ਕੰਧ ਮੈਂ ਦਿਖਤ ਪਾਰ। ਪਰ ਜੰਗ ਦੇ ਵਿੱਚ ਹਿਲਜੁਲ ਹੁੰਦੀ ਰਹਿੰਦੀ ਹੈ ਨਾ, ਸੋ ਇਸ ਕਰਕੇ ਨਿਸ਼ਾਨਾ ਇਸ ਦਾ ਉਚਕ ਗਿਆ, ਸਹੀ ਨਿਸ਼ਾਨੇ ਤੇ ਇਹਦਾ ਤੀਰ ਲੱਗ ਨਾ ਸਕਿਆ। ਭਾਈ ਲੱਖੂ ਦੇ ਸੱਜੇ ਮੋਢੇ ਵਿੱਚ ਦੀ, ਖੱਬੇ ਮੋਢੇ ਵਿੱਚ ਦੀ ਇਹ ਇਸ ਦਾ ਮਾਰਿਆ ਹੋਇਆ ਤੀਰ ਆ ਜਿਹੜਾ ਵਿੰਨ ਕਰਕੇ ਮੋਢੇ ਨੂੰ ਪਾਰ ਪੈ ਗਿਆ ਹੈ ਜੀ। ਤਨ ਘਾਏ ਖਾਏ ਹੋਇਆ ਕੈ ਸੁਮਾਰ। ਸਰੀਰ ਦੇ ਉੱਪਰ ਇਹ ਵੱਡਾ ਜ਼ਖਮ ਖਾਧਾ ਹੈ ਭਾਈ ਲੱਖੂ ਨੇ,
ਪਰ ਫਿਰ ਵੀ ਹੌਸਲਾ ਨਹੀਂ ਤਿਆਗਿਆ। ਹੌਸਲਾ ਉਸੇ ਤਰੀਕੇ ਦੇ ਨਾਲ ਬੁਲੰਦ ਹੈ ਜੀ। ਰਿਸ ਖੜਗ ਨਿਕਾਸੈ ਦੋਹਨ ਹਾਥ। ਔਰ ਉਸ ਸਮੇਂ ਰਿਸ ਕਰਕੇ ਭਾਵ ਗੁੱਸਾ ਖਾ ਕੇ ਵੀਰ ਰਸ ਦੇ ਵਿੱਚ ਆ ਕੇ ਗੁਰੂ ਕੇ ਸਿੱਖ ਸੂਰਮੇ ਨੇ ਜ਼ਖਮੀ ਹੋ ਕੇ ਆਪਣੇ ਦੂਸਰੇ ਹੱਥ ਦੇ ਵਿੱਚ, ਇੱਕ ਹੱਥ ਤੇ ਜ਼ਖਮੀ ਹੋ ਗਿਆ ਤੀਰ ਦੇ ਨਾਲ, ਦੂਸਰੇ ਹੱਥ ਦੇ ਵਿੱਚ ਆਪਣੇ ਸ਼੍ਰੀ ਸਾਹਿਬ ਪਕੜ ਕੇ ਮਿਆਨ ਦੇ ਵਿੱਚੋਂ ਧੂਲੇ ਹੀ ਖਿੱਚ ਲਏ। ਪ੍ਰੇਰਿਓ ਤੁਰੰਗ ਬੜ ਬੇਗ ਸਾਥ। ਔਰ ਬੜੇ ਕਾਹਲੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਆਪਣੇ ਘੋੜੇ ਦੇ ਤਾਈਂ ਤੋਰਿਆ ਹੈ ਅਗਾਂਹ ਨੂੰ। ਤਬ ਕੁਤਬ ਖਾਨ ਰਹਿ ਗੋ ਸੋ ਦੂਰ। ਪਰ ਉਸ ਸਮੇਂ ਜਿਹੜਾ ਕੁਤਬ ਖਾਨ ਸੀ ਭਾਈ ਲੱਖੂ ਦੀ ਮਾਰ ਹੇਠੋਂ ਦੂਰ ਸੀ। ਸ਼੍ਰੀ ਸਾਹਿਬ ਲੈ ਕੇ ਭਾਈ ਲੱਖੂ ਉਸ ਸਮੇਂ ਵਾਰ ਨਹੀਂ ਸੀ ਕਰ ਸਕਦੇ, ਦੂਰ ਖਲੋਤੇ ਹੋਏ ਸੀ। ਇਹ ਭਾਈ ਲੱਖੂ ਦੀ ਮਾਰ ਤੋਂ ਦੂਰ ਰਹਿ ਗਿਆ ਹੈ ਥੋੜਾ ਕੁ। ਵਿੱਚ ਪਰਿਓ ਆਏ ਭਟ ਇੱਕ ਸੌਰ। ਇਸ ਨੂੰ ਭਾਈ ਲੱਖੂ ਨੂੰ ਕੁਤਬ ਖਾਨ ਵੱਲ ਵੱਧਦਾ ਹੋਇਆ ਵੇਖ ਕੇ ਇਸ ਦਾ ਕੋਈ ਸੂਰਮਾ ਇੱਕ ਵਿਚਾਲੇ ਆ ਗਿਆ ਹੈ ਭਾਈ ਲੱਖੂ ਦੇ ਤਾਈਂ ਰੋਕਣ ਦੇ ਲਈ। ਲੀਏ ਰੋਗ ਅਗਰ ਪਾਸ ਮੁਖ ਵੀਰ। ਇਸ ਨੇ ਅੱਗੇ ਹੋ ਕਰਕੇ ਭਾਈ ਲੱਖੂ ਸੂਰਮੇ ਦੇ ਤਾਈਂ ਕੁਤਬ ਖਾਨ ਤੱਕ ਪਹੁੰਚਣ ਤੋਂ ਰੋਕ ਲਿਆ, ਵਿੱਚ ਹੀ ਅਟਕਾ ਲਿਆ ਹੈ। ਨਹਿ ਦਿਓ ਜਾਨ ਤਬ ਕੁਤਬ ਤੀਰ। ਔਰ ਭਾਈ ਲੱਖੂ ਦੇ ਤਾਈਂ ਕੁਤਬ ਖਾਨ ਦੇ ਪਾਸ ਪਹੁੰਚਣ ਨਹੀਂ ਦਿੱਤਾ। ਆਤ ਹੋਤੇ ਕ੍ਰੋਧ ਦੀਏ ਨਹਿ ਸੰਭਾਰ। ਉਸ ਸਮੇਂ ਭਾਈ ਲੱਖੂ ਜੀ ਜ਼ਖਮੀ ਹੋਣ ਕਰਕੇ ਬੜੇ ਭਾਰੀ ਵੀਰ ਰਸ ਦੇ ਵਿੱਚ ਆਏ ਹੋਏ ਸਨ, ਇਸ ਕਰਕੇ ਆਪਣੇ ਵੀਰ ਰਸ ਦੇ ਤਾਈਂ ਉਸ ਸਮੇਂ ਸੰਭਾਲ ਨਾ ਸਕੇ। ਸੋ ਖੜਗ ਤਾਹੇ ਪਰ ਤਮਕ ਝਾਰ। ਇੰਨੇ ਭਾਰੀ ਵੀਰ ਰਸ ਦੇ ਵਿੱਚ ਸੀ ਕਿ ਜਿਹੜਾ ਸਾਹਮਣੇ ਆਇਆ ਨਾ ਰੋਕਣ ਵਾਸਤੇ ਸੂਰਮਾ ਕੁਤਬ ਖਾਨ ਵਾਲੇ ਪਾਸਿਓਂ, ਇਹ ਆਪਣਾ ਤਿੱਖਾ ਕੱਢਿਆ ਹੋਇਆ ਖੰਡਾ ਸ਼੍ਰੀ ਸਾਹਿਬ ਇਸ ਸੂਰਮੇ ਦੇ ਉੱਪਰ ਭਾਈ ਲੱਖੂ ਨੇ ਉਸ ਸਮੇਂ ਵੇਗ ਦੇ ਨਾਲ, ਬੜੇ ਬਲ ਦੇ ਨਾਲ ਝਾੜ ਦਿੱਤੀ, ਵਾਰ ਕੀਤਾ। ਵਟ ਮੁੰਡ ਗਰੀਬ ਤੇ ਆਏ ਭੂਮ। ਭਾਈ ਲੱਖੂ ਦੇ ਕੀਤੇ ਹੋਏ ਭਰਮੇ ਵਾਰ ਦੇ ਨਾਲ ਇਸ ਦਾ ਸਿਰ ਵੱਢਿਆ ਗਿਆ ਧੜ ਦੇ ਨਾਲੋਂ, ਔਰ ਜੁਦਾ ਹੋ ਕੇ ਧਰਤੀ ਦੇ ਉੱਪਰ ਡਿੱਗ ਪਿਆ ਹੈ। ਕੋਨ ਗਿਰਿਓ ਤੁਰੰਗ ਤੇ ਰੁੰਡ ਝੂਮ। ਫਿਰ ਜਿਹੜਾ ਘੋੜੇ ਦੇ ਉੱਪਰ ਬੈਠਾ ਹੋਇਆ ਇਸ ਦਾ ਸਰੀਰ ਸੀ ਸਵਾਰ, ਜਦੋਂ ਸਿਰ ਧਰਤੀ ਤੇ ਡਿੱਗ ਪਿਆ, ਭਵਾਂਟਣੀ ਖਾ ਕੇ ਧੜ ਵੀ ਘੋੜੇ ਤੋਂ ਥੱਲੇ ਆਣ ਪਿਆ। ਜਹ ਕੁਤਬ ਹੋਤੋ ਤਿਤ ਕੋ ਸਿਧਾਏ। ਕਿਉਂ ਇਸ ਨੂੰ ਮਾਰ ਕਰਕੇ ਵਿੱਚ ਅੜਚਨ ਪਾਉਣ ਵਾਲੇ ਤੁਰਕ ਦੇ ਤਾਈਂ ਭਾਈ ਲੱਖੂ ਬੜੇ ਵੀਰ ਰਸ ਦੇ ਵਿੱਚ ਜ਼ਖਮੀ ਹੋਇਆ ਕੁਤਬ ਖਾਨ ਵਾਲੇ ਪਾਸੇ ਨੂੰ ਵਧਿਆ ਹੈ। ਤਹ ਚਹਤ ਹਤਨ ਪੌਹਨ ਚੜਾਏ। ਪਾਹਣ ਜਿਹੜੇ ਪਰਵੱਟੇ ਆ ਵੀਰ ਰਸ ਦੇ ਨਾਲ ਉਤਾਂਹ ਨੂੰ ਚੜੇ ਹੋਏ ਆ ਭਾਈ ਲੱਖੂ ਦੇ, ਔਰ ਚਾਹੁੰਦਾ ਹੈ ਜਿੰਨੀ ਛੇਤੀ ਹੋ ਸਕੇ ਮੈਂ ਕੁਤਬ ਖਾਨ ਦੇ ਪਾਸ ਜਾ ਕੇ ਇਸ ਨੂੰ ਮਾਰ ਲਵਾਂ। ਤਬ ਸੈਨ ਬਿਲੋਕਤ ਦੋਏ ਮਾਰ। ਉਸ ਸਮੇਂ ਦੋਵਾਂ ਪਾਸਾਂ ਦੀਆਂ ਜਿਹੜੀਆਂ ਫੌਜਾਂ ਹਨ, ਉਸ ਸਮੇਂ ਜਿਹੜੀ ਤੁਰਕ ਫੌਜ ਹੈ ਉਸ ਨੇ ਵੇਖਿਆ ਹੈ ਭਾਈ ਲੱਖੂ ਦੇ ਤਾਈਂ ਕਿ ਇਸ ਨੇ ਸਾਡੇ ਦੋ ਸੂਰਮੇ ਜਿਹੜੇ ਉਮਰਾਬ ਸੀ, ਪਦਵੀ ਵਾਲੇ ਸੀ, ਉਹਨਾਂ ਦੇ ਤਾਈਂ ਮਾਰ ਕੇ ਖਪਾ ਦਿੱਤਾ। ਆਵਤ ਸੋ ਬੇਗ ਕੁਤਬਾ ਨਿਹਾਰ। ਔਰ ਕੀ ਵੇਖਿਆ ਫੌਜ ਨੇ ਵੀ ਦੋਵਾਂ ਨੂੰ ਮਾਰ ਕਰਕੇ ਬੜੀ ਤੇਜ਼ੀ ਦੇ ਨਾਲ ਭਾਈ ਲੱਖੂ ਕੁਤਬ ਖਾਨ ਵਾਲੇ ਪਾਸੇ ਨੂੰ ਅੱਗੇ ਨੂੰ ਵਧ ਰਹੇ ਹਨ ਜੀ। ਜਿਹ ਖੜਗ ਹਾਥ ਦਾਰੁਨ ਵਿਸਾਲ। ਔਰ ਜਿਨ੍ਹਾਂ ਦੇ ਹੱਥ ਦੇ ਵਿੱਚ ਬੜੀ ਭਿਆਨਕ ਸ਼੍ਰੀ ਸਾਹਿਬ ਜੋ ਖੂਨ ਦੀ ਪਿਆਸੀ ਔਰ ਫੁਲਾਦੀ ਲੋਹੇ ਦੀ ਬਣੀ ਹੋਈ ਬੜੀ ਤਿੱਖੀ ਮਜ਼ਬੂਤ ਨਜ਼ਰ ਆ ਰਹੀ ਹੈ, ਉਹ ਡਰਾਉਣੀ ਸ਼੍ਰੀ ਸਾਹਿਬ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਧਾਰਨ ਕੀਤੀ ਹੋਈ ਲਿਸ਼ਕਦੇ ਆ ਜੀ। ਸਭ ਰਹਿਓ ਬੀਜ ਬਹੁ ਸ਼ਰੋਣ ਨਾਲ। ਔਰ ਆਪ ਸਾਰੇ ਦਾ ਸਾਰਾ ਭਾਈ ਲੱਖੂ ਖੂਨ ਦੇ ਨਾਲ ਭਿੱਜਿਆ ਹੋਇਆ ਹੈ, ਸਿਰ ਤੋਂ ਲੈ ਕੇ ਪੈਰਾਂ ਤੀਕ। ਆਪਦੇ ਸਰੀਰ ਦੇ ਉੱਪਰ ਵੀ ਭਾਰੀ ਜ਼ਖਮ ਹੈ, ਔਰ ਫਿਰ ਤੁਰਕਾਂ ਨੂੰ ਮਾਰ ਮਾਰ ਕੇ ਵੀ ਬਹੁਤ ਸਾਰਾ ਖੂਨ ਲੱਗ ਗਿਆ ਸਰੀਰ ਦੇ ਤਾਈਂ, ਜਿਵੇਂ ਇਸ਼ਨਾਨ ਕੀਤਾ ਹੁੰਦਾ ਹੈ ਨਾ ਕਿਸੇ ਨੇ ਪਾਣੀ ਦੇ ਨਾਲ, ਇਉਂ ਰੀਝ ਦੇ ਨਾਲ ਸਾਰੇ ਦਾ ਸਾਰਾ ਭਿੱਜਿਆ ਪਿਆ ਖੂਨ ਦੇ ਨਾਲ ਭਾਈ ਲੱਖੂ। ਮੋਢੇ ਖੁਤੰਗ ਬੀਦਿਓ ਦਿਖੰਤ। ਔਰ ਜਿਹੜਾ ਮੋਢਾ ਹੈ ਖੱਬੇ ਪਾਸੇ ਵਾਲਾ, ਉਹ ਤਿੱਖੇ ਤੀਰ ਦੇ ਨਾਲ ਭਾਰੀ ਜ਼ਖਮੀ ਹੋਇਆ ਦੂਰੋਂ ਹੀ ਨਜ਼ਰ ਆ ਰਿਹਾ ਹੈ ਜੀ। ਨਹ ਟਰਤ ਵੀਰ ਸਨਮੁਖ ਅਵੰਤ। ਪਰ ਫਿਰ ਵੀ ਗੁਰੂ ਕਾ ਸਿੱਖ ਸੂਰਮਾ ਐਸੀ ਦਲੇਰੀ ਦੇ ਨਾਲ ਜੰਗ ਲੜ ਰਿਹਾ ਹੈ, ਬਹਾਦਰੀ ਦੇ ਨਾਲ, ਹੌਸਲੇ ਦੇ ਨਾਲ, ਸੂਰਮਤਾਈ ਦੇ ਨਾਲ, ਕਿ ਪਿੱਛੇ ਨੂੰ ਨਹੀਂ ਮੁੜਦਾ, ਜ਼ਖਮਾਂ ਦੀ ਪਰਵਾਹ ਨਹੀਂ ਕਰਦਾ, ਔਰ
ਕੁਤਬ ਖਾਨ ਦੇ ਉੱਪਰ ਹਾਵੀ ਹੋਣ ਦੀ ਕੋਸ਼ਿਸ਼ ਕਰਦਾ, ਨੇੜੇ ਪਹੁੰਚਣ ਦੀ ਤੁਰਕ ਨੂੰ ਕੁਤਬ ਖਾਨ ਨੂੰ ਮਾਰ ਲੈਣ ਦੀ ਕੋਸ਼ਿਸ਼ ਕਰਦਾ, ਯਤਨ ਬਣਾਉਂਦਾ ਹੈ। ਇਹ ਵੀਰ ਰਸ ਹੁੰਦਾ ਸਾਧ ਸੰਗਤ ਜੀ। ਵੀਰ ਰਸ ਦੇ ਵਿੱਚ ਤੇ ਗੁੱਸੇ ਦੇ ਵਿੱਚ ਫਰਕ ਹੁੰਦਾ ਹੈ। ਗੁੱਸਾ ਤੇ ਸਾਹਮਣੇ ਤਕੜੇ ਮਨੁੱਖ ਨੂੰ ਵੇਖ ਕੇ ਜਿੰਨਾ ਮਰਜ਼ੀ ਆਵੇ ਬੰਦਾ ਬਰਦਾਸ਼ਤ ਕਰ ਜਾਂਦਾ ਹੈ। ਜੇ ਨਾ ਵੀ ਹੋਵੇ ਤੇ ਜੇ ਕੋਈ ਸਾਹਮਣੇ ਟੱਕਰ ਪਵੇ ਨਾ ਮੂੰਹ ਭੰਨਣ ਵਾਲਾ, ਫਿਰ ਗੁੱਸਾ ਠੰਡਾ ਹੋ ਜਾਂਦਾ ਬੰਦੇ ਦਾ। ਪਰ ਵੀਰ ਰਸ ਕਦੇ ਸ਼ਾਂਤ ਨਹੀਂ ਹੁੰਦਾ ਜਿਹੜਾ ਧਰਮੀ ਯੋਧਿਆਂ ਨੂੰ ਆਉਂਦਾ ਹੈ। ਰੁਦਰ ਰਸ ਜਦੋਂ ਧਰਮੀ ਯੋਧਾ ਕੋਈ ਧਾਰਦਾ ਜਾਂ ਤੇ ਵੈਰੀ ਨੂੰ ਮੁਕਾ ਕੇ ਸ਼ਾਂਤ ਹੁੰਦਾ ਹੈ ਤੇ ਜਾਂ ਫਿਰ ਆਪਣੇ ਆਪ ਦੀ ਬਲੀ ਦੇ ਕੇ ਸ਼ਾਂਤ ਹੁੰਦਾ ਹੈ। ਔਰ ਜਿਹੜਾ ਪ੍ਰਚੰਡ ਵੀਰ ਰਸ ਹੁੰਦਾ ਹੈ ਨਾ ਸਾਧਨਾ ਵਾਲੇ ਸੂਰਮਿਆਂ ਦਾ, ਉਹ ਸਿਰ ਦੇਣ ਤੋਂ ਬਾਅਦ ਵੀ ਨਹੀਂ ਸ਼ਾਂਤ ਹੁੰਦਾ। ਜਿਵੇਂ ਸਾਹਿਬ ਬਾਬਾ ਦੀਪ ਸਿੰਘ ਜੀ ਦੀ ਸਾਖੀ ਆਪਾਂ ਪੜ੍ਹਦੇ ਹਾਂ ਕਿ ਉਹਨਾਂ ਨੇ ਧੜ ਦੇ ਨਾਲੋਂ ਜੁਦਾ ਹੋਇਆ ਸੀਸ ਆਪਣੀ ਤਲੀ ਤੇ ਰੱਖ ਲਿਆ ਸੀ। ਉਹ ਇੱਕ ਅਵਸਥਾ ਹੈ ਜਿੱਥੇ ਸਰੀਰ ਦੀ ਸੋਝੀ ਨਹੀਂ ਹੈ ਗੁਰਮੁਖ ਨੂੰ, ਪ੍ਰਚੰਡ ਵੀਰ ਰਸ ਧਾਰਨ ਕੀਤਾ ਹੋਇਆ ਹੈ। ਰੋਮ ਰੋਮ ਵੀਰ ਰਸ ਦੇ ਨਾਲ ਝੁਲਸ ਰਿਹਾ ਹੈ। ਵੈਰੀ ਦਾ ਕਾਲ ਬਣਿਆ ਨਜ਼ਰ ਆਉਂਦਾ ਹੈ। ਪ੍ਰਚੰਡ ਵੀਰ ਰਸ ਦੇ ਵਿੱਚ ਕੀਤੀ ਹੋਈ ਗਰਜਨਾ ਵੀ ਵੈਰੀ ਨੂੰ ਸਹਾਰਨੀ ਮੁਸ਼ਕਲ ਹੋ ਜਾਂਦੀ ਹੈ। ਪਰ ਉਹ ਕਿਸੇ ਅਵਸਥਾ ਵਾਲੇ ਗੁਰਮੁਖ ਦੀ ਉੱਥੋਂ ਤੱਕ ਪਹੁੰਚ ਹੁੰਦੀ ਹੈ ਜਿਵੇਂ ਬਾਬਾ ਗੁਰਬਖਸ਼ ਸਿੰਘ ਜੀ ਸਨ। ਹੋਰ ਵੀ ਬੇਅੰਤ, ਇਹ ਨਹੀਂ ਵੀ ਇਕੱਲੇ ਬਾਬਾ ਗੁਰਬਖਸ਼ ਸਿੰਘ ਜੀ ਜਾਂ ਬਾਬਾ ਦੀਪ ਸਿੰਘ ਜੀ ਹੋਏ। ਉਦੋਂ ਵੀ ਪਹਿਲੋਂ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ, ਬਹੁਤ ਸਾਰੇ ਐਸੇ ਮਹਾਤਮਾ ਹੋਏ ਐ ਸਾਧਨਾ ਵਾਲੇ, ਜਿਹੜੇ ਆਤਮਾ ਦੇ ਨੇੜੇ ਸੀ, ਜਿਨ੍ਹਾਂ ਨੇ ਸਾਧਨਾ ਕੀਤੀ ਸੀ ਔਰ ਜਿਨ੍ਹਾਂ ਦੇ ਵਿੱਚ ਸਮਰੱਥਾ ਸੀ, ਜਿਨ੍ਹਾਂ ਨੇ ਐਸਾ ਕੁਛ ਕਰਕੇ ਵਿਖਾਇਆ ਹੈ। ਸੋ ਸਾਇੰਸ ਇਹਨੂੰ ਪੋਜ਼ਿਟਿਵ ਐਨਰਜੀ ਦਾ ਨਾਮ ਦਿੰਦੀ ਹੈ ਤੇ ਗੁਰਮਤਿ ਦੇ ਮੁਤਾਬਕ ਇਹ ਇੱਕ ਅਵਸਥਾ ਹੈ ਪ੍ਰਚੰਡ ਵੀਰ ਰਸ ਦੀ, ਭਗਤੀ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਜਿਵੇਂ ਸਿੱਧੇ ਲਫ਼ਜ਼ਾਂ ਵਿੱਚ ਕਹਿੰਦੇ ਆ, ਭਗਤੀ ਦੇ ਵਿੱਚ ਹੀ ਸ਼ਕਤੀ ਹੈ। ਜਿਹਦੇ ਵਿੱਚ ਜਿੰਨਾ ਜ਼ਿਆਦਾ ਸ਼ਾਂਤ ਰਸ ਹੁੰਦਾ ਉਹਦੇ ਵਿੱਚ ਓਨਾ ਹੀ ਪ੍ਰਚੰਡ ਵੀਰ ਰਸ ਵੀ ਹੁੰਦਾ ਹੈ। ਜਿਹੜਾ ਕਿਸੇ ਦੀ ਜਿੰਨੀ ਜ਼ਿਆਦਾ ਸਹਾਰ ਸਕਦਾ ਕੀਤੀ ਹੋਈ ਵਧੀਕੀ, ਉਹ ਓਨਾ ਹੀ ਭਾਰੀ ਰਣ ਵੀ ਮੰਡ ਕੇ ਦਿਖਾ ਸਕਦਾ ਹੈ। ਸੋ ਇਉਂ ਭਾਈ ਲੱਖੂ ਉਸ ਸਮੇਂ ਐਸੇ ਭਾਰੀ ਪ੍ਰਚੰਡ ਵੀਰ ਰਸ ਦੇ ਵਿੱਚ ਹੈ, ਖੂਨ ਦੇ ਨਾਲ ਭਿੱਜੇ ਹੋਏ ਹੈ, ਸਰੀਰ ਸਾਰਾ ਜ਼ਖਮੀ ਹੈ, ਪਰ ਫਿਰ ਵੀ ਪੀੜਾ ਮਹਿਸੂਸ ਨਹੀਂ ਹੁੰਦੀ ਗੁਰੂ ਕੇ ਸੂਰਮੇ ਨੂੰ। ਹੱਥ ਦੇ ਵਿੱਚ ਸ਼੍ਰੀ ਸਾਹਿਬ ਪਕੜੀ ਹੋਈ ਹੈ ਔਰ ਕੋਸ਼ਿਸ਼ ਕਰਦੇ ਆ, ਯਤਨ ਕਰਦੇ ਆ ਵਾਰ-ਵਾਰ ਵੀ ਕਿਸੇ ਤਰੀਕੇ ਮੈਂ ਕੁਤਬ ਖਾਨ ਦੇ ਤੱਕ ਪਹੁੰਚ ਜਾਵਾਂ ਔਰ ਇਸ ਨੂੰ ਜੰਗ ਦੇ ਵਿੱਚ ਮਾਰ ਲਵਾਂ। ਪੁਨ ਐਚ ਬਾਣ ਕਰ ਕੁਤਬ ਖਾਨ। ਫਿਰ ਕੁਤਬ ਖਾਨ ਨੇ ਦੂਸਰੀ ਵਾਰ ਆਪਣੇ ਸਖਤ ਧਨੁੱਖ ਨੂੰ ਖਿੱਚਿਆ ਹੈ, ਤੰਦੀ ਦੇ ਉੱਪਰ ਤਿੱਖੇ ਤੀਰ ਦੇ ਤਾਈ ਰੱਖ ਕਰਕੇ। ਧਨ ਤਾਨ ਕਾਨ ਲਗ ਹੋਤ ਹਾਨ। ਔਰ ਇਸ ਨੇ ਆਪਣੇ ਕੰਨ ਤੱਕ ਖਿੱਚਿਆ ਤੰਦੀ ਦੇ ਤਾਈ ਔਰ ਛੱਡਿਆ ਹੈ ਆਪਣੇ ਤੀਰ ਦੇ ਤਾਈ ਭਾਈ ਲੱਖੂ ਨੂੰ ਨਿਸ਼ਾਨਾ ਬਣਾ ਕਰਕੇ। ਛੁੱਟ ਲਗਿਓ ਜਾਏ ਹੈ ਕਿ ਵਿਸਾਲ। ਛੁੱਟ ਕਰਕੇ ਇਸ ਦੇ ਧਨੁੱਖ ਦੇ ਵਿੱਚੋਂ ਨਿਕਲਿਆ ਇਹ ਤਿੱਖਾ ਤੀਰ। ਭਾਈ ਲੱਖੂ ਜਿਸ ਘੋੜੇ ਤੇ ਅਸਵਾਰ ਸੀ ਉਸ ਘੋੜੇ ਨੂੰ ਲੱਗਿਆ ਜਾ ਕਰਕੇ ਕੁਤਬ ਖਾਨ ਦਾ ਮਾਰਿਆ ਹੋਇਆ ਤੀਰ। ਗਿਰ ਪਰਿਓ ਤਬਹਿ ਨਹਿ ਅਗਰ ਚਾਲ। ਜਦੋਂ ਤੀਰ ਲੱਗਿਆ ਇਸੇ ਵੇਗ ਦੇ ਨਾਲ ਲੱਗਿਆ, ਉਸੇ ਸਮੇਂ ਘੋੜਾ ਉੱਥੇ ਹੀ ਡਿੱਗ ਪਿਆ ਧਰਤੀ ਦੇ ਉੱਪਰ, ਇੱਕ ਪੌੜ ਵੀ ਅੱਗੇ ਨਾ ਚੁੱਕ ਸਕਿਆ। ਲੱਖੂ ਸੋ ਵੀਰ ਉਤਰਿਓ ਤੁਰੰਤ। ਉਸੇ ਸਮੇਂ ਸਿੱਖ ਸੂਰਮਾ ਭਾਈ ਲੱਖੂ ਮਰਦੇ ਹੋਏ ਘੋੜੇ ਨੂੰ ਛੱਡ ਕਰਕੇ ਥੱਲੇ ਉਤਰ ਗਿਆ ਹੈ। ਕਹਿ ਰਹੋ ਠਾਂਡ ਤੋ ਕਉ ਹਨੰਤ। ਕਹਿਣ ਲੱਗਾ ਉਸ ਸਮੇਂ ਫਿਰ ਹੌਸਲੇ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਲਲਕਾਰ ਕਰਕੇ ਕੁਤਬ ਖਾਨ ਨੂੰ ਕਹਿੰਦਾ, ਗੁਰੂ ਕਾ ਸਿੱਖ ਸੂਰਮਾ ਖਲੋਤਾ ਰਹੋ, ਜੰਗ ਨਾ ਛੱਡ ਕੇ ਜਾਈ, ਮੈਂ ਤੇਰੇ ਤਾਈਂ ਹੁਣੇ ਹੀ ਘਾ ਲੈਣਾ, ਮਾਰ ਲੈਣਾ ਹਾਂ। ਪਗ ਸੰਗ ਵੇਗ ਕਰ ਸਮੁਖ ਜਾਏ। ਆਪਣੇ ਪੈਰਾਂ ਦੇ ਨਾਲ ਕਾਹਲੀ ਕੀਤੀ ਔਰ ਤੇਜ਼ੀ ਦੇ ਨਾਲ ਜਾ ਕਰਕੇ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਤਬ ਖਾਨ ਨੇ। ਕੌਣ ਬ੍ਰਿੰਦ ਤੁਰਕ ਘੇਰਿਓ ਸੋ ਆਏ। ਫਿਰ ਉਸ ਸਮੇਂ ਪੈਦਲ ਅਗਾਂਹ ਵੱਧਦੇ ਨੂੰ ਵੇਖ ਕੇ ਗੁਰੂ ਕੇ ਸਿੱਖ ਸੂਰਮੇ ਨੂੰ ਬਹੁਤ ਸਾਰੇ ਤੁਰਕਾਂ ਨੇ
ਕੱਲੇ ਭਾਈ ਜ਼ਖਮੀ ਲੱਖੂ ਦੇ ਤਾਈ ਆ ਕੇ ਘੇਰਾ ਪਾ ਲਿਆ ਜੀ। ਉਹ ਹਤ ਹੈ ਤੁਪਕ ਕੋ ਬਾਣ ਮਾਰ। ਕਿਸੇ ਨੇ ਭਾਈ ਲੱਖੂ ਨੂੰ ਨਿਸ਼ਾਨਾ ਬਣਾ ਕੇ ਆਪਣੇ ਬੰਦੂਕ ਦੀ ਗੋਲੀ ਚਲਾ ਦਿੱਤੀ, ਕਿਸੇ ਨੇ ਆਪਣੀ ਸ਼੍ਰੀ ਸਾਹਿਬ ਦਾ ਵਾਰ ਕਰ ਦਿੱਤਾ, ਕਿਸੇ ਨੇ ਬਰਸ਼ੇ ਦਾ। ਜੋ ਜੋ ਇਹਨਾਂ ਤੁਰਕਾਂ ਦੇ ਹੱਥ ਦੇ ਵਿੱਚ ਸ਼ਸਤਰ ਸੀ, ਇਕੱਠਿਆਂ ਨੇ ਭਾਈ ਲੱਖੂ ਦੇ ਉੱਪਰ ਵਾਰ ਕੀਤਾ ਜੀ। ਸਭ ਤੇ ਬਚਾਏ ਮਾਰੰਤ ਛਾਰ। ਇਹ ਕੋਸ਼ਿਸ਼ ਕਰਦੇ ਆ ਮਾਰਨ ਦੀ, ਪਰ ਫਿਰ ਵੀ ਕੋਸ਼ਿਸ਼ ਕਰਦਾ ਹੈ ਭਾਈ ਲੱਖੂ ਬਚਣ ਦੀ, ਯਤਨ ਬਣਾਉਂਦਾ ਦਲੇਰੀ ਦੇ ਨਾਲ ਲੜਦਿਆਂ ਹੋਇਆਂ ਇੱਧਰ ਉੱਧਰ ਟਲ ਕੇ ਛਾਲਾਂ ਮਾਰ ਕੇ ਇਹਨਾਂ ਦੇ ਕੀਤੇ ਹੋਏ ਵਾਰਾਂ ਤੋਂ ਬਚਦਾ ਹੈ। ਕੇਤਕ ਤੁਰੰਗ ਕੇ ਬਦਨ ਕਾਟ। ਔਰ ਇਉਂ ਪੈਦਲ ਹੀ ਚੱਲਦਿਆਂ ਹੋਇਆਂ ਇਹਨਾਂ ਦੇ ਕਿੰਨੇ ਕੁ ਘੋੜਿਆਂ ਦੇ ਜਿਨ੍ਹਾਂ ਉੱਪਰ ਇਹ ਤੁਰਕ ਸਵਾਰ ਸੀ, ਉਹਨਾਂ ਦੇ ਸਿਰ ਵੱਢ ਸੁੱਟੇ ਆਪਣੀ ਸ਼੍ਰੀ ਸਾਹਿਬ ਦੇ ਨਾਲ ਜੀ। ਏਤ ਉਤ ਫਿਰੰਤ ਕਿਹ ਭਟਨ ਡਾਟ। ਔਰ ਕਿਤੇ ਇੱਧਰ ਉੱਧਰ ਫਿਰਦੇ ਹਨ, ਜ਼ਹਰ ਦਿਖਾਉਂਦੇ ਆਪਣੀ ਸ਼ਸਤਰ ਵਿਦਿਆ ਦੇ ਤੁਰਕ ਸੂਰਮਿਆਂ ਦੇ ਤਾਈਂ ਡਾਂਟਦੇ ਹੋਏ ਵਰਜਦੇ ਹੋਏ ਵੀ ਮੇਰੇ ਨੇੜੇ ਨਾ ਆਵੇ ਕੋਈ। ਜਿਤ ਚਹਿਤ ਕੁਤਬ ਕੇ ਪਾਸ ਜਾਨ। ਹਿਰਦੇ ਦੇ ਵਿੱਚ ਲਕਸ਼ ਇੱਕ ਹੈ ਵੀ ਮੈਂ ਕਿਸੇ ਤਰੀਕੇ ਕੁਤਬ ਖਾਨ ਤੱਕ ਪਹੁੰਚ ਜਾਵਾਂ। ਬਹੁ ਪਹੁੰਚ ਵੀਰ ਰੋਕਿਓ ਮਹਾਨ। ਪਰ ਕੁਤਬ ਖਾਨ ਵੱਲ ਵੱਧਦੇ ਹੋਏ ਭਾਈ ਲੱਖੂ ਨੂੰ ਬਹੁਤ ਸਾਰੇ ਤੁਰਕਾਂ ਨੇ ਇਕੱਤਰ ਹੋ ਕੇ ਜਾਣੋਂ ਰੋਕ ਦਿੱਤਾ ਹੈ। ਬਚ ਆਪ ਖੜਕ ਕੇ ਘਾਏ ਘਾਲ। ਫਿਰ ਵੀ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾ ਕਰਕੇ ਇਹਨਾਂ ਦੇ ਸ਼ਸਤਰਾਂ ਤੋਂ ਇਹਨਾਂ ਦੇ ਬਹੁਤ ਸਾਰੇ ਸੈਨਿਕਾਂ ਨੂੰ ਮਾਰ ਦਿੱਤਾ। ਹੱਥ ਕਰੇ ਤੁਰਕ ਕੇਤਕ ਬਿਹਾਲ। ਕਿੰਨੇ ਕੁ ਤੁਰਕ ਜਦੋਂ ਇਕੱਲਿਆਂ ਇਸ ਤਰੀਕੇ ਨਾਲ ਦਲੇਰੀ ਦੇ ਨਾਲ ਭਾਈ ਲੱਖੂ ਨੇ ਮਾਰ ਦਿੱਤੇ, ਇਹ ਬੇਹਾਲ ਹੋ ਗਏ। ਇੱਕ ਇਕੱਲਾ ਸੂਰਮਾ ਇਹਨਾਂ ਦੇ ਪਾਸੋਂ ਇਹ ਉਸ ਨੂੰ ਸ਼ਾਂਤ ਨਹੀਂ ਕਰ ਸਕਦੇ, ਹਰਾ ਨਹੀਂ ਸਕਦੇ। ਜੰਗ ਦੇ ਵਿੱਚ ਐਸੇ ਬੇਹਾਲ ਹੋਏ ਹਨ। ਉਮਰਾਵ ਕਹਿਤ ਇੱਕ ਵੀਰ ਇਹੋ। ਉਸ ਸਮੇਂ ਕਾਲੇ ਖਾਨ ਕਹਿਣ ਲੱਗਾ, ਇੱਕੋ ਹੀ ਇੱਕ ਇਹ ਸੂਰਮਾ ਹੈ, ਸਤਿਗੁਰਾਂ ਦਾ ਯੋਧਾ ਹੈ। ਕਿਉਂ ਡਰਤ ਜਾਤ ਸੰਘਾਰ ਲੇਹੋ। ਕਿਉਂ ਇਸ ਦੇ ਪਾਸੋਂ ਡਰਦੇ ਹੋ, ਨੇੜੇ ਨਹੀਂ ਜਾਂਦੇ? ਇਕੱਲੇ ਨੂੰ ਤੇ ਸਾਰੇ ਮਿਲ ਕੇ ਮਾਰ ਲਵੋ ਤੁਸੀਂ ਜੰਗ ਦੇ ਵਿੱਚ। ਤਬ ਕੁਤਬ ਖਾਨ ਰਿਸਕੈ ਵਿਸਾਲ। ਜਦੋਂ ਇਹ ਗੱਲ ਸੁਣੀ ਕਾਲੇ ਖਾਨ ਦੀ, ਕੁਤਬ ਖਾਨ ਨੇ ਬੜਾ ਗੁੱਸਾ ਖਾਧਾ ਆਪਣੇ ਮਨ ਵਿੱਚ ਉਸ ਸਮੇਂ। ਪ੍ਰੇਰਿਓ ਤੁਰੰਗ ਸਰਕੋ ਨਿਕਾਲ। ਇਸ ਨੇ ਆਪਣੇ ਭੱਥੇ ਦੇ ਵਿੱਚੋਂ ਇੱਕ ਤਿੱਖਾ ਤੀਰ ਕੱਢਿਆ ਔਰ ਆਪਣੇ ਘੋੜੇ ਨੂੰ ਭਾਈ ਲੱਖੂ ਵਾਲੇ ਪਾਸੇ ਨੂੰ ਤੋਰ ਲਿਆ ਹੈ ਜੀ। ਤਕ ਭਾਲ ਘਾਵ ਕੋ ਕਾਲ ਦੀਨ। ਔਰ ਤੱਕ ਕਰਕੇ ਨਿਸ਼ਾਨਾ ਬਣਾਇਆ ਹੈ ਭਾਈ ਲੱਖੂ ਦੇ ਮੱਥੇ ਦਾ, ਸੀਸ ਦਾ ਨਿਸ਼ਾਨਾ ਬਣਾ ਕੇ ਆਪਣੇ ਤਿੱਖੇ ਤੀਰ ਨੂੰ ਛੱਡਿਆ ਹੈ ਧਨੁੱਖ ਦੇ ਵਿੱਚੋਂ। ਵਿਦ ਗਇਓ ਤੁਰਤ ਛਿਤ ਗਿਰਨ ਕੀਨ। ਇਸ ਦਾ ਛੱਡਿਆ ਹੋਇਆ ਕੁਤਬ ਖਾਨ ਦਾ ਤੀਰ ਚਲਾਇਆ ਹੋਇਆ ਭਾਈ ਲੱਖੂ ਦੇ ਮੱਥੇ ਨੂੰ ਵਿੰਨ ਗਿਆ। ਉਸੇ ਸਮੇਂ ਗੁਰੂ ਕਾ ਸਿੱਖ ਸੂਰਮਾ ਐਸੀ ਬਹਾਦਰੀ ਦਿਖਾਉਂਦੇ ਆ, ਇਸ ਤੀਰ ਦੇ ਨਾਲ ਜ਼ਖਮੀ ਹੋ ਕਰਕੇ ਤੀਰ ਦੀ ਮਾਰ ਖਾ ਕੇ ਧਰਤੀ ਦੇ ਉੱਪਰ ਡਿੱਗ ਪਿਆ ਹੈ ਜੀ। ਢਿਗ ਢੁਕ ਮਲੇਛ ਮੁਰਛਾ ਨਿਹਾਰ। ਪਰ ਉਸ ਸਮੇਂ ਤੱਕ ਵੀ ਭਾਈ ਲੱਖੂ ਦੇ ਸਰੀਰ ਵਿੱਚ ਅਜੇ ਸਵਾਸ ਹੈ ਸੀ ਔਰ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਡਿੱਗੇ ਸਨ ਇਹ ਭਾਰੀ ਜ਼ਖਮ ਖਾ ਕਰਕੇ। ਸਿਰ ਦਿਓ ਕਾਟ ਅਸ ਕਰ ਪ੍ਰਹਾਰ। ਉਸ ਸਮੇਂ ਬੇਹੋਸ਼ ਹੋਏ ਗੁਰੂ ਕੇ ਸਿੱਖ ਸੂਰਮੇ ਨੂੰ ਵੇਖ ਕੇ ਮੌਕਾ ਸਮਝ ਕੇ ਇਹਨਾਂ ਨੇ ਸ਼੍ਰੀ ਸਾਹਿਬ ਦੇ ਵਾਰ ਦੇ ਨਾਲ ਗੁਰੂ ਕੇ ਇਸ ਮਹਾਨ ਸਿੱਖ ਸੂਰਮੇ ਦਾ ਸਿਰ ਧੜ ਦੇ ਨਾਲੋਂ ਵੱਢ ਕੇ ਜੁਦਾ ਕਰ ਦਿੱਤਾ ਹੈ। ਲੱਖੂ ਸੋ ਵੀਰ ਇਮ ਮਰਨ ਕੀਨ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਮੁੱਖ ਸੈਨਾਪਤੀ ਭਾਈ ਲੱਖੂ ਨੇ ਇਸ ਜੰਗ ਦੇ ਵਿੱਚ ਸ਼ਹਾਦਤ ਪੀਤੀ ਹੈ, ਸ਼ਹਾਦਤ ਪਾਈ ਹੈ, ਸ਼ਹੀਦੀ ਬਾਟਾ ਪੀ ਗਏ ਹਨ ਜੀ। ਬਹੁਤ ਤੁਰਕ ਜੰਗ ਕਰ ਪ੍ਰਾਨਹੀਨ। ਬਹੁਤ ਸਾਰੇ ਤੁਰਕਾਂ ਨੂੰ ਜੰਗ ਕਰਕੇ ਆਪਣਾ ਪਰਾਕਰਮ ਦਿਖਾ ਕੇ, ਬਲ ਦਿਖਾ ਕੇ ਪ੍ਰਾਣਾਂ ਤੋਂ ਹੀਣੇ ਕਰ ਦਿੱਤਾ, ਮਾਰ ਕੇ ਸੁੱਟ ਦਿੱਤਾ। ਵੇਖ ਸੂਰ ਹੂਰ ਤਤ ਛਿਨ ਉਠਾਏ। ਜਦੋਂ ਵੇਖਿਆ ਹੈ ਗੁਰੂ ਕੇ ਸਿੱਖ ਸੂਰਮੇ ਨੂੰ ਇਉਂ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਉਸੇ ਸਮੇਂ ਵਿਵਾਨ ਆ ਗਏ ਗੁਰੂ ਕੇ ਸਿੱਖ ਸੂਰਮੇ ਨੂੰ ਚੜਾ ਕੇ ਸੱਚਖੰਡ ਦੇ ਵਿੱਚ ਲੈ ਜਾਣ ਦੇ ਲਈ। ਨਿਜ ਤਨ ਦਿਖਾਏ ਲੀਨਸ ਚੜਾਏ। ਚੁਣ ਕਰਕੇ ਭਾਈ ਲੱਖੂ ਨੂੰ ਗੁਰੂ ਕੇ ਸਿੱਖ ਸੂਰਮੇ ਨੂੰ ਵਿਵਾਨ ਦੇ ਵਿੱਚ ਚੜਾ ਲਿਆ ਹੈ ਜੀ। ਤਬ ਕੁਤਬ ਖਾਨ ਜਸ ਲੀਨ ਪਾਏ। ਉਸ ਸਮੇਂ ਕੁਤਬ ਖਾਨ ਨੇ ਆਪਣੀ ਫੌਜ ਦੇ ਵਿੱਚ ਇਹ ਵੱਡੀ ਵਡਿਆਈ, ਆਪਣਾ ਜਸ ਪ੍ਰਾਪਤ ਕਰ ਲਿਆ ਵੀ ਮੈਂ ਗੁਰੂ ਕੇ ਸੈਨਾਪਤੀ ਦੇ ਤਾਈਂ ਮਾਰ ਲਿਆ ਹੈ। ਹਰ ਸਰ ਪ੍ਰਹਾਰ ਰਿਪ ਇਨਹੁ ਘਾਏ। ਸਾਰੇ ਇਸ ਦੀ ਉਸਤਤ ਕਰਦੇ ਆ, ਇਸ ਨੂੰ ਸ਼ਾਬਾਸ਼ ਦਿੰਦੇ ਆ ਵੀ ਇਹਨੇ ਤਿੱਖਾ ਤੀਰ ਚਲਾ ਕੇ ਆਪਣੀ ਤੀਰ ਅੰਦਾਜ਼ੀ ਦੇ ਨਾਲ ਵੈਰੀ ਦੇ ਤਾਈਂ ਮਾਰ ਦਿੱਤਾ। ਨਿਮ ਲਗੇ ਲਰਨ ਦੋਹੇ ਦੇਸ਼ ਸੁਭਟ।
ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਦੇ ਸੂਰਮੇ ਆਪਸਰੀ ਦੇ ਵਿੱਚ ਜੰਗ ਮਚਾ ਰਹੇ ਹਨ ਜੀ। ਤਲਵਾਰ ਤੀਰ ਤੁਪਕਨ ਦਵਟ, ਕੋਈ ਸ਼੍ਰੀ ਸਾਹਿਬ ਦੇ ਨਾਲ, ਕੋਈ ਤਿੱਖੇ ਤੀਰਾਂ ਦੇ ਨਾਲ, ਕੋਈ ਬੰਦੂਕਾਂ ਦੇ ਨਾਲ ਇੱਕ ਦੂਜੇ ਦੇ ਤਾਈਂ ਦੱਬ ਰਿਹਾ ਹੈ, ਮਾਰ ਰਿਹਾ ਹੈ। ਦੋਹਰਾ ਪੈਂਦ ਖਾਨ ਕੀ ਦਿਸ਼ਾ ਤਬ, ਦੇਖਿਓ ਕਾਲੇ ਖਾਨ। ਉਸ ਸਮੇਂ ਐਸੇ ਚੱਲ ਰਹੇ ਭਿਆਨਕ ਜੰਗ ਦੇ ਦੌਰਾਨ ਕਾਲੇ ਖਾਨ ਜੋ ਮੁੱਖ ਸੈਨਾਪਤੀ ਹੈ ਇਸ ਸੈਨਾ ਦਾ, ਤੁਰਕਾਂ ਦੀ ਦਾ, ਉਹਨੇ ਪੈਂਦੇ ਖਾਨ ਵਾਲੇ ਪਾਸੇ ਵੇਖਿਆ। ਅਬ ਤੇ ਆਛੋ ਕੋ ਸਮੋ, ਗਹੋ ਗੁਰੂ ਬਲ ਠਾਨ। ਵੇਖ ਕਰਕੇ ਇਸ ਦੇ ਤਾਈਂ ਕਹਿਣ ਲੱਗਾ, ਇਹਦੇ ਤੋਂ ਵਧੀਆ ਹੋਰ ਕਿਹੜਾ ਸਮਾਂ ਬਣੇਗਾ, ਇਹਦੇ ਤੋਂ ਵਧੀਆ ਮੌਕਾ ਨਹੀਂ ਬਣਨਾ। ਹੁਣ ਤੂੰ ਜਾ ਔਰ ਆਪਣੇ ਜ਼ੋਰ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਈਂ ਪਕੜ ਲੈ। ਰਸਾਵਲ ਛੰਦ ਸੁਣੀ ਪੈਂਦ ਖਾਨਾ, ਮਹਾ ਕੋ ਬਠਾਨਾ। ਜਦੋਂ ਇਉਂ ਸੁਣਿਆ ਹੈ ਪੈਂਦੇ ਖਾਨ ਨੇ ਕਾਲੇ ਖਾਨ ਦੀ ਗੱਲ ਦੇ ਤਾਈਂ ਆਪਣੇ ਹਿਰਦੇ ਦੇ ਵਿੱਚ ਬੜਾ ਵੀਰ ਰਸ ਖਾਧਾ। ਉਸ ਸਮੇਂ ਅਬੈ ਜਾਉ ਹੇਰੋ ਜਥਾ ਓਜ ਮੇਰੋ, ਕਹਿਣ ਲੱਗਾ ਹੁਣੇ ਜਾਣਾ ਮੈਂ। ਵੇਖ ਆਪਦੀਆਂ ਅੱਖਾਂ ਦੇ ਨਾਲ ਜਿਸ ਤਰੀਕੇ ਦਾ ਮੇਰੇ ਸਰੀਰ ਦੇ ਵਿੱਚ ਬਲ ਹੈ, ਜ਼ੋਰ ਹੈ। ਗਹੋ ਏਕ ਵਾਰੀ ਹਯੰ ਤੇ ਉਤਾਰੀ। ਇੱਕ ਵਾਰੀ ਮੈਂ ਪਕੜ ਲਵਾਂ ਗੁਰੂ ਸਾਹਿਬ ਜੀ ਨੂੰ, ਪਕੜ ਕਰਕੇ ਮੈਂ ਘੋੜੇ ਤੋਂ ਲਾ ਲੈਣਾ ਹੈ ਤੁਰੇ ਜਾਂਦੇ ਦੇ ਉੱਪਰੋਂ ਹੀ। ਸੋ ਲਿਆਵਾਂ ਉਠਾਈ ਨਾ ਦੇਰਨ ਲਗਾਈ, ਚੁੱਕ ਕਰਕੇ ਮੈਂ ਤੇਰੇ ਪਾਸ ਇੱਥੇ ਤੇਰੀ ਫੌਜ ਵਿੱਚ ਲੈ ਆਵਾਂਗਾ, ਮੈਂ ਬਹੁਤੀ ਦੇਰ ਨਹੀਂ ਲਾਉਣੀ। ਦੇਖੀ ਜੈ ਤਮਾਸ਼ਾ ਬਲੰਗ ਮੇ ਬਿਸਾਲਾ, ਵੇਖ ਤਮਾਸ਼ੇ ਦੇ ਤਾਈਂ ਖਲੋ ਕਰਕੇ ਮੇਰਾ ਜੰਗ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ, ਮੇਰੇ ਬਲ ਤੇ ਮੇਰੇ ਜ਼ੋਰ ਤੇ ਯਕੀਨ ਰੱਖ। ਨਹੀਂ ਸੰਸ ਕੀਜੈ ਕਹੇ ਪੈ ਭਤੀਜਾ, ਮੇਰੇ ਜ਼ੋਰ ਦੇ ਉੱਪਰ ਕੋਈ ਸ਼ੰਕਾ ਨਾ ਕਰ ਆਪਣੇ ਮਨ ਦੇ ਵਿੱਚ, ਔਰ ਮੇਰੀ ਕਹੀ ਹੋਈ ਗੱਲ ਦੇ ਉੱਪਰ ਭਰੋਸਾ ਰੱਖ ਪੂਰਾ। ਆਪਣੇ ਮਨ ਤੋਂ ਪ੍ਰਸੀਦ ਜਾ, ਮੈਂ ਝੂਠ ਨਹੀਂ ਕਹਿੰਦਾ। ਤਬੈ ਖਾਨ ਕਾਲੇ ਸਰਾਹਿਓ ਵਿਸਾਲੇ, ਉਸ ਸਮੇਂ ਕਾਲੇ ਖਾਨ ਨੇ ਬੜੀ ਭਾਰੀ ਸਲੋਤ ਕੀਤੀ, ਇਸ ਦੀ ਪੈਂਦੇ ਖਾਨ ਦੀ ਵਡਿਆਈ ਕੀਤੀ ਹੈ। ਯਥਾ ਸ਼ਾਹ ਪਾਸੀ ਗਿਰਾ ਤੈ ਪ੍ਰਕਾਸ਼ੀ, ਕਹਿਣ ਲੱਗਾ ਪਰ ਜਿਸ ਤਰੀਕੇ ਦੀ ਗੱਲ ਤੂੰ ਸ਼ਾਹਜਹਾਂ ਬਾਦਸ਼ਾਹ ਦੇ ਪਾਸ ਬੈਠ ਕਰਕੇ ਕੀਤੀ ਸੀ ਗੁਰੂ ਸਾਹਿਬ ਨੂੰ ਬੰਦੀ ਬਣਾਉਣ ਦੀ, ਕਹੋ ਸ਼੍ਰੀ ਗੁਰੂ ਮੈਂ ਬਚੈ ਨਾਹਿ ਭੂ ਮੈਂ। ਤੂੰ ਕਿਹਾ ਸੀ ਵੀ ਮੈਂ ਗੁਰੂ ਸਾਹਿਬ ਜੀ ਨੂੰ ਜੰਗ ਭੂਮੀ ਦੇ ਵਿੱਚ ਫੜ ਲਵਾਂ, ਮੇਰੇ ਤੋਂ ਬਚ ਨਹੀਂ ਸਕਣਗੇ, ਮੈਂ ਉਹਨਾਂ ਨੂੰ ਆਪਣੇ ਜ਼ੋਰ ਦੇ ਨਾਲ ਜਕੜ ਲਵਾਂਗਾ। ਕਰੋ ਬਾਤ ਪੂਰੀ ਚਲੋ ਲੈ ਹਜ਼ੂਰੀ, ਉਹ ਜਿਹੜੀ ਤੇਰੀ ਗੱਲ ਹੈ ਆਪਦੀ ਕਹੀ ਹੋਈ ਉਸ ਗੱਲ ਦੇ ਤਾਈਂ ਪੂਰੀ ਕਰ। ਔਰ ਪਕੜ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਾਹਜਹਾਂ ਬਾਦਸ਼ਾਹ ਦੇ ਪਾਸ ਆਪਾਂ ਲੈ ਕੇ ਚੱਲੀਏ। ਸੋ ਇਉਂ ਪੈਂਦੇ ਖਾਨ ਤੇ ਕਾਲੇ ਖਾਨ ਆਪਸਰੀ ਦੇ ਵਿੱਚ ਸਲਾਹ ਮਸ਼ਵਰਾ ਪਕਾ ਰਹੇ ਹਨ। ਅੱਗੇ ਜਿਸ ਤਰੀਕੇ ਦੇ ਨਾਲ ਪੈਂਦੇ ਖਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਲਲਕਾਰੇਗਾ, ਮਹਾਰਾਜ ਦੇ ਮਨ ਦੇ ਹਾਲਾਤ ਸਮਝ ਕੇ ਇਸ ਦੇ ਨਾਲ ਜੰਗ ਲੜਨਗੇ। ਆਉਣ ਵਾਲੇ ਪ੍ਰਸੰਗਾਂ ਵਿੱਚ ਸ਼੍ਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮਾਪਤੀ ਹੈ। ਕਹੋ ਸ਼੍ਰੀ ਗੁਰੂ ਮੈਂ ਬਚੈ ਨਾਹਿ ਭੂ ਮੈਂ, ਕਰੋ ਬਾਤ ਪੂਰੀ ਚਲੋ ਲੈ ਹਜ਼ੂਰੀ। ਵਾਹਿਗੁਰੂ ਜੀ ਕਾ ਖਾਲਸਾ